प्यारे विद्यार्थियों, सत श्री अकाल। मैं प्रियंका महाजन साइंस मिस्ट्रैस गवर्नमेंट गर्ल सीनियर सैकेंडरी ਸਕੂਲ ਲੋਹੀਆਂ ਖਾਸ ਜਲੰਧਰ ਵਿੱਚ ਆਪਣੀ ਸੇਵਾਵਾਂ ਨਿਭਾ ਰਹੀ ਹਾਂ। ਬੇਟਾ, ਅੱਜ ਮੈਂ ਤੁਹਾਨੂੰ ਚੈਪਟਰ ਨੰਬਰ 10 ਲਾਈਟ ਰਿਫਲੈਕਸ਼ਨ ਐਂਡ ਰੀਫਰੈਕਸ਼ਨ ਪ੍ਰਕਾਸ਼ ਪਰਾਵਰਤਨ ਅਤੇ ਅਪਵਰਤਨ ਦੇ MCQs ਕਰਵਾਉਣ ਜਾ ਰਹੀ ਹਾਂ। ਉਮੀਦ ਕਰਦੀ ਹਾਂ ਸਾਰੇ ਵਿਦਿਆਰਥੀ ਅੱਜ ਦਾ ਲੈਕਚਰ ਧਿਆਨ ਨਾਲ ਸਮਝਣਗੇ ਤੇ ਆਪਣੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਵਾਧਾ ਕਰਨਗੇ। ਸੋ ਲੈਟ ਅਸ ਸਟਾਰਟ। ਆਰ ਫਰਸਟ ਕੁਐਸਚਨ ਇਜ਼ total internal reflection of light is possible when light enters from options are water to air, air to water, vacuum to air, air to glass। ਪ੍ਰਕਾਸ਼ ਦਾ ਪੂਰਾ ਅੰਦਰੂਨੀ ਪਰਾਵਰਤਨ ਉਦੋਂ ਸੰਭਵ ਹੈ ਜਦੋਂ ਪ੍ਰਕਾਸ਼ ਪ੍ਰਵੇਸ਼ ਕਰੇ ਪਾਣੀ ਤੋਂ ਹਵਾ ਵਿੱਚ, ਹਵਾ ਤੋਂ ਪਾਣੀ ਵਿੱਚ, ਖਲਾ ਤੋਂ ਹਵਾ ਵਿੱਚ, ਹਵਾ ਤੋਂ ਕੱਚ ਵਿੱਚ। ਬੇਟਾ, ਇਸ ਕੁਐਸਚਨ ਲਈ ਤੁਹਾਨੂੰ ਟੋਟਲ ਇੰਟਰਨਲ ਰਿਫਲੈਕਸ਼ਨ ਲਈ ਕੰਡੀਸ਼ਨ ਪਤਾ ਹੋਣੀ ਚਾਹੀਦੀ ਹੈ। ਟੋਟਲ ਇੰਟਰਨਲ ਰਿਫਲੈਕਸ਼ਨ ਤਾਂ ਹੀ ਪੋਸੀਬਲ ਹੋਏਗੀ ਜੇ ਸਾਡੀ ਲਾਈਟ ਡੈਂਸਰ ਮੀਡੀਅਮ ਤੋਂ ਰੇਅਰਰ ਮੀਡੀਅਮ ਵਿੱਚ ਟਰੈਵਲ ਕਰੇਗੀ। ਤੇ ਬੇਟਾ, ਇਹ ਜਿਹੜੀ ਆਪਸ਼ਨਸ ਦਿੱਤੀਆਂ ਹੋਈਆਂ ਇਹਨਾਂ ਵਿੱਚ ਫਸਟ ਆਪਸ਼ਨ ਜਿਹੜੀ ਹੈ ਵਾਟਰ ਟੂ ਏਅਰ, ਇਹ ਕਰੈਕਟ ਆਪਸ਼ਨ ਹੈ ਬਿਕੋਜ਼ ਵਾਟਰ ਜਿਹੜਾ ਉਹ ਡੈਂਸਰ ਮੀਡੀਅਮ ਹੈ ਐਜ਼ ਕੰਪੇਅਰ ਟੂ ਏਅਰ। ਸੋ ਜਦੋਂ ਸਾਡੀ ਜਿਹੜੀ ਲਾਈਟ ਹੈ ਉਹ ਡੈਂਸਰ ਟੂ ਰੇਅਰਰ ਮੀਡੀਅਮ ਐਂਟਰ ਕਰਦੀ ਹੈ ਤਾਂ ਹੀ ਟੋਟਲ ਇੰਟਰਨਲ ਰਿਫਲੈਕਸ਼ਨ ਪੋਸੀਬਲ ਹੁੰਦੀ ਹੈ। ਸੋ ਰਾਈਟ ਆਪਸ਼ਨ ਇਜ਼ ਵਾਟਰ ਟੂ ਏਅਰ, ਕਿਉਂਕਿ ਵਾਟਰ ਡੈਂਸਰ ਹੈ, ਏਅਰ ਜਿਹੜੀ ਹੈ ਉਹ ਰੇਅਰਰ ਹੈ। ਸੋ ਏ ਇਜ਼ ਰਾਈਟ ਆਂਸਰ, ਪਾਣੀ ਤੋਂ ਹਵਾ ਵਿੱਚ, ਵਾਟਰ ਟੂ ਏਅਰ। Next, when white light moves through vacuum, then violet color has greater speed than red color, red color has greater speed than violet color, all colors have the same speed, different colors have different random speeds। ਜਦੋਂ ਸਫੇਦ ਪ੍ਰਕਾਸ਼ ਖਲਾ ਵਿੱਚੋਂ ਲੰਘਦਾ ਹੈ ਤਾਂ ਜਾਮਨੀ ਦੀ ਲਾਲ ਨਾਲੋਂ ਜ਼ਿਆਦਾ ਗਤੀ ਹੁੰਦੀ ਹੈ, ਲਾਲ ਦੀ ਜਾਮਨੀ ਨਾਲੋਂ ਜ਼ਿਆਦਾ ਗਤੀ ਹੁੰਦੀ ਹੈ, ਸਾਰੇ ਰੰਗਾਂ ਦੀ ਗਤੀ ਇੱਕੋ ਜਿਹੀ ਹੁੰਦੀ ਹੈ, ਵੱਖਰੇ ਵੱਖਰੇ ਰੰਗਾਂ ਦੀ ਬੇਤਰਤੀਬੇ ਗਤੀ ਹੁੰਦੀ ਹੈ। ਬੇਟਾ, ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਆਪਸ਼ਨ ਸੀ, ਆਲ ਕਲਰਸ ਹੈਵ ਦ ਸੇਮ ਸਪੀਡ। ਸਾਰੇ ਰੰਗਾਂ ਦੀ ਗਤੀ ਇੱਕੋ ਜਿਹੀ ਹੁੰਦੀ ਹੈ। ਬੇਟਾ, ਨੈਕਸਟ ਕੁਐਸਚਨ ਇਜ਼ refractive index of a material for infrared light is equal to that of red color light, equal to that of ultraviolet light, less than that of ultraviolet light, greater than that of ultraviolet light। ਇਨਫਰਾਰੈਡ ਲਾਈਟ ਲਈ ਕਿਸੇ ਸਮੱਗਰੀ ਦਾ ਅਪਵਰਤਨ ਅੰਕ ਹੈ ਲਾਲ ਰੰਗ ਦੇ ਪ੍ਰਕਾਸ਼ ਦੇ ਬਰਾਬਰ, ਅਲਟਰਾਵਾਇਲਟ ਰੋਸ਼ਨੀ ਦੇ ਬਰਾਬਰ, ਅਲਟਰਾਵਾਇਲਟ ਰੋਸ਼ਨੀ ਤੋਂ ਘੱਟ, ਅਲਟਰਾਵਾਇਲਟ ਰੋਸ਼ਨੀ ਤੋਂ ਵੀ ਵੱਧ। ਬੇਟਾ, ਜਿਹੜਾ ਰਿਫਰੈਕਟਿਵ ਇੰਡੈਕਸ ਹੈ ਅਸੀਂ ਉਸ ਬਾਰੇ ਦੱਸਣਾ ਹੈ ਅਤੇ ਇੱਥੇ ਸਾਨੂੰ ਜਿਹੜੀ ਅਲੱਗ-ਅਲੱਗ ਮਤਲਬ ਉਹਨਾਂ ਨੇ ਲਾਈਟਸ ਦਿੱਤੀਆਂ ਉਹਨਾਂ ਦੀ ਵੇਵਲੈਂਥ ਅਲੱਗ-ਅਲੱਗ ਹੋਵੇਗੀ। ਜਿਹੜੀ ਅਲਟਰਾਵਾਇਲਟ ਲਾਈਟ ਹੈ ਉਸਦੀ ਜਿਹੜੀ ਵੇਵਲੈਂਥ ਹੈ ਉਹ ਸਮੋਲਰ ਹੈ ਐਜ਼ ਕੰਪੇਅਰ ਟੂ ਵੇਵਲੈਂਥ ਆਫ ਇਨਫਰਾਰੈਡ ਲਾਈਟ, ਅਤੇ ਜਿਹੜੀ ਵੇਵਲੈਂਥ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ ਰਿਫਰੈਕਟਿਵ ਇੰਡੈਕਸ ਦੇ। ਸੋ ਅਗਰ ਅਲਟਰਾਵਾਇਲਟ ਲਾਈਟ ਦੀ ਵੇਵਲੈਂਥ ਜਿਹੜੀ ਹੈ ਉਹ ਇਨਫਰਾਰੈਡ ਲਾਈਟ ਦੀ ਵੇਵਲੈਂਥ ਤੋਂ ਘੱਟ ਹੈ ਤਾਂ ਇਸ ਦਾ ਰਿਫਰੈਕਟਿਵ ਇੰਡੈਕਸ, ਅਲਟਰਾਵਾਇਲਟ ਲਾਈਟ ਦਾ ਰਿਫਰੈਕਟਿਵ ਇੰਡੈਕਸ ਜਿਹੜਾ ਹੈ ਉਹ ਵੱਧ ਹੋਵੇਗਾ ਐਜ਼ ਕੰਪੇਅਰ ਟੂ ਰਿਫਰੈਕਟਿਵ ਇੰਡੈਕਸ ਆਫ ਇਨਫਰਾਰੈਡ ਲਾਈਟ। ਸੋ ਇਹਦੇ ਵਿੱਚ ਇਹਨਾਂ ਨੇ ਇਹੀ ਪੁੱਛਿਆ ਹੋਇਆ ਹੈ ਕਿ ਇਨਫਰਾਰੈਡ ਲਾਈਟ ਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਉਹ ਕਿਸ ਤਰ੍ਹਾਂ ਦਾ ਹੋਵੇਗਾ। ਅਤੇ ਬੇਟਾ, ਕੰਪੈਰੀਟਿਵਲੀ ਅਲਟਰਾਵਾਇਲਟ ਲਾਈਟ ਦੇ ਕੰਪੈਰੀਟਿਵਲੀ ਉਹ ਜਿਹੜਾ ਹੈ ਲੈਸ ਹੋਵੇਗਾ। ਸੋ ਰਾਈਟ ਆਪਸ਼ਨ ਇਜ਼ ਸੀ, ਲੈਸ ਦੈਨ ਦੈਟ ਆਫ ਅਲਟਰਾਵਾਇਲਟ ਲਾਈਟ, ਅਲਟਰਾਵਾਇਲਟ ਲਾਈਟ ਤੋਂ ਘੱਟ। ਬੇਟਾ, ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹਾਂਗੀ ਕਿ ਜਿਸ ਤਰ੍ਹਾਂ ਕਿ ਫਸਟ ਆਪਸ਼ਨ ਵਿੱਚ ਲਿਖਿਆ ਹੋਇਆ ਸੀ ਰੈੱਡ ਕਲਰ ਲਾਈਟ, ਰੈੱਡ ਕਲਰ ਲਾਈਟ ਦੀ ਜਿਹੜੀ ਵੇਵਲੈਂਥ ਹੈ ਉਹ ਇਨਫਰਾਰੈਡ ਲਾਈਟ ਦੀ ਵੇਵਲੈਂਥ ਤੋਂ ਘੱਟ ਹੁੰਦੀ ਹੈ ਅਤੇ ਇਸ ਕਰਕੇ ਰੈੱਡ ਲਾਈਟ ਦਾ ਰਿਫਰੈਕਟਿਵ ਇੰਡੈਕਸ ਇਨਫਰਾਰੈਡ ਲਾਈਟ ਤੋਂ ਵੱਧ ਹੋਏਗਾ ਅਤੇ ਇਸ ਕਰਕੇ ਇਹ ਆਪਸ਼ਨ ਤਾਂ ਆ ਹੀ ਨਹੀਂ ਸਕਦੀ, ਇਕੁਅਲ ਤਾਂ ਹੋ ਹੀ ਨਹੀਂ ਸਕਦੇ ਰਿਫਰੈਕਟਿਵ ਇੰਡੈਕਸ ਫਿਰ ਦੋਨਾਂ ਦੇ, ਹੈ ਨਾ। ਅਤੇ ਇਸ ਕਰਕੇ ਇਹ ਆਪਸ਼ਨ ਵੀ ਜਿਹੜੀ ਹੈ ਉਹ ਰੋਂਗ ਸੀ। ਬਾਕੀ ਅਲਟਰਾਵਾਇਲਟ ਲਾਈਟ ਬਾਰੇ ਤਾਂ ਤੁਹਾਨੂੰ ਮੈਂ ਡਿਟੇਲ ਵਿੱਚ ਸਮਝਾਤਾ, ਇਸ ਕਰਕੇ ਸਾਡੀ ਜਿਹੜੀ ਸੀ ਆਪਸ਼ਨ ਹੈ ਉਹ ਬਿਲਕੁਲ ਰਾਈਟ ਆਪਸ਼ਨ ਹੈ। ਨੈਕਸਟ ਕੁਐਸਚਨ ਇਜ਼ ਅ ਹੋਲ ਇਜ਼ ਮੇਡ ਇਨ ਅ ਕਨਵੈਕਸ ਲੈਂਸ, ਦੈਨ options are a hole appears in the image, image size decreases,
ਇਮੇਜ ਇੰਟੈਂਸਿਟੀ ਡਿਕਰੀਜ਼ਸ, नो चेंज। ਇੱਕ ਉੱਤਰ ਲੈਂਸ ਵਿੱਚ ਇੱਕ ਛੇਦ ਬਣਾਇਆ ਜਾਂਦਾ ਹੈ ਤਦ ਪ੍ਰਤੀਬਿੰਬ ਵਿੱਚ ਇੱਕ ਛੇਦ ਦਿਖਾਈ ਦਿੰਦਾ ਹੈ, ਪ੍ਰਤੀਬਿੰਬ ਦਾ ਆਕਾਰ ਘਟ ਜਾਂਦਾ ਹੈ, ਪ੍ਰਤੀਬਿੰਬ ਦੀ ਤੀਬਰਤਾ ਘਟ ਜਾਂਦੀ ਹੈ, ਕੋਈ ਤਬਦੀਲੀ ਨਹੀਂ। बेटा राइट ऑप्शन इज नो चेंज, कोई तब्दीली नहीं। नेक्स्ट, which of the following is not true for an image formed by a plane mirror? Options are it is erect, it is virtual, it is diminished, it is at the same distance as the object from the mirror। समतल दर्पण द्वारा बनाए गए प्रतिबिंब ਲਈ ਕਿਹੜਾ ਕਥਨ ਸਹੀ ਨਹੀਂ ਹੈ? ऑप्शंस आर ਇਹ ਸਿੱਧਾ ਹੁੰਦਾ ਹੈ, ਇਹ ਆਭਾਸੀ ਹੁੰਦਾ ਹੈ, ਇਹ ਛੋਟੇ ਆਕਾਰ ਦਾ ਹੁੰਦਾ ਹੈ, ਇਹ ਦਰਪਣ ਤੋਂ ਵਸਤੂ ਜਿੰਨੀ ਦੂਰੀ ਤੇ ਹੀ ਹੁੰਦਾ ਹੈ। ਬੇਟਾ A, B ਤੇ D ਤੇ ਰਾਈਟ ਆਪਸ਼ਨਸ ਹੈ। ਇਹ ਜਿਹੜੇ ਪਲੇਨ ਮਿਰਰਸ ਦੀ ਪ੍ਰੋਪਰਟੀਜ਼ ਹਨ, ਜਿਹੜਾ C ਲਿਖਿਆ ਹੈ ਇਟ ਇਜ਼ ਡਿਮਿਨਿਸ਼ਡ, ਇਟ ਇਜ਼ ਰੋਂਗ, ਤੇ ਉਹਨਾਂ ਨੇ ਇਹੀ ਪੁੱਛਿਆ ਕਿ ਵਿਚ ਇਜ਼ ਨਾਟ ਟਰੂ, ਸੋ ਇਸ ਦਾ ਆਨਸਰ ਹੋਏਗਾ C ਆਪਸ਼ਨ, ਇਟ ਇਜ਼ ਡਿਮਿਨਿਸ਼ਡ। ਇਹ ਛੋਟਾ ਆਕਾਰ ਦਾ ਹੁੰਦਾ ਹੈ, ਇਹ ਚੀਜ਼ ਰੋਂਗ ਹੈ ਕਿਉਂਕਿ ਪਲੇਨ ਮਿਰਰ ਵਿੱਚ ਜਿਹੜਾ ਇਮੇਜ ਬਣਦਾ ਹੈ ਉਸਦਾ ਸਾਈਜ਼ ਆਬਜੈਕਟ ਦੇ ਸਾਈਜ਼ ਦੇ ਇਕੁਅਲ ਹੁੰਦਾ ਹੈ। ਸੋ C ਆਪਸ਼ਨ ਇਜ਼ ਨਾਟ ਟਰੂ, ਸੋ ਸਾਡਾ ਆਨਸਰ ਹੈ C। ਨੈਕਸਟ, the focal length of a concave mirror is 50 centimeter. To obtain an inverted image 2 times the size of the object should be placed at, options are 50 centimeter, 63 centimeter, 72 centimeter, 75 centimeter। एक अवतल दर्पण ਦੀ ਫੋਕਸ ਦੂਰੀ 50 ਸੈਂਟੀਮੀਟਰ ਹੈ। ਵਸਤੂ ਦੇ ਆਕਾਰ ਤੋਂ ਦੁੱਗਣਾ ਅਤੇ ਪੁੱਠਾ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਕਿੱਥੇ ਹੋਣੀ ਚਾਹੀਦੀ ਹੈ? ਆਪਸ਼ਨਸ ਤੁਹਾਨੂੰ ਬੇਟਾ ਦਿੱਤੀਆਂ ਹੋਈਆਂ। ਇਹ ਨੂਮੈਰੀਕਲ ਹੈ, ਇਹ ਸੋਲਵ ਕਰਕੇ ਅਸੀਂ ਇਸ ਦਾ ਆਨਸਰ ਜਿਹੜਾ ਫਾਈਂਡ ਕਰ ਸਕਦੇ ਹਾਂ। ਹਾਂਜੀ ਬੇਟਾ, ਇਸ ਨੂਮੈਰੀਕਲ ਵਿੱਚ ਤੁਹਾਨੂੰ ਕਨਕੇਵ ਮਿਰਰ ਦੀ ਫੋਕਲ ਲੈਂਥ ਦਿੱਤੀ ਹੋਈ ਹੈ -50 ਸੈਂਟੀਮੀਟਰ। ਅਸੀਂ ਮਾਈਨਸ ਕਿਉਂ ਲਿਆ? ਕਿਉਂਕਿ ਕਨਕੇਵ ਮਿਰਰ ਲਈ ਜਿਹੜੀ ਸਾਈਨ ਕਨਵੈਂਸ਼ਨਸ ਹੈ ਫੋਕਲ ਲੈਂਥ ਲਈ ਉਸ ਦੇ ਅਕੋਰਡਿੰਗ ਅਸੀਂ 50 ਸੈਂਟੀਮੀਟਰ ਨਾਲ ਮਾਈਨਸ ਲਗਾਇਆ। ਸਾਨੂੰ ਮੈਗਨੀਫਿਕੇਸ਼ਨ 2 ਟਾਈਮਸ ਦਿੱਤਾ ਹੋਇਆ ਹੈ। ਉਹਨਾਂ ਨੇ ਬੋਲਿਆ ਕਿ ਇਮੇਜ ਦਾ ਸਾਈਜ਼ ਆਬਜੈਕਟ ਦੇ ਸਾਈਜ਼ ਦਾ ਟਵਾਈਸ ਹੋਣਾ ਚਾਹੀਦਾ, 2 ਟਾਈਮਸ ਹੋਣਾ ਚਾਹੀਦਾ, ਇਸ ਕਰਕੇ ਮੈਗਨੀਫਿਕੇਸ਼ਨ ਅਸੀਂ 2 ਲੈ ਲਈ। ਤੁਹਾਨੂੰ ਪਤਾ ਹੈ ਮੈਗਨੀਫਿਕੇਸ਼ਨ ਦਾ ਫਾਰਮੂਲਾ, ਅਸੀਂ ਉਹ ਫਾਰਮੂਲਾ ਅਪਲਾਈ ਕੀਤਾ, ਮੈਗਨੀਟਿਊਡ ਵਾਈਜ਼ ਲਿਆ ਅਤੇ ਐਮ ਜਿਹੜਾ ਉਹ V/U ਦੇ ਇਕੁਅਲ ਹੋਇਆ। ਐਮ ਦੀ ਵੈਲਿਊ 2 ਤੁਸੀਂ ਫਿਲ ਕੀਤੀ, ਕ੍ਰਾਸ ਮਲਟੀਪਲਾਈ ਕੀਤਾ, ਯੂ ਗੈਟ V ਇਜ਼ ਇਕੁਅਲ ਟੂ 2U, ਅਤੇ ਮਤਲਬ V ਦੀ ਵੈਲਿਊ 2 ਟਾਈਮਸ ਆ ਗਈ U ਦੇ। ਹੁਣ ਤੁਸੀਂ ਮਿਰਰ ਫਾਰਮੂਲਾ ਬਾਰੇ ਜਾਣਦੇ ਹੋ, 1/V + 1/U ਇਕੁਅਲਸ ਟੂ 1/F। V ਦੀ ਪਲੇਸ 'ਤੇ ਤੁਸੀਂ 2U ਫਿਲ ਕਰਤਾ, U ਦੀ ਪਲੇਸ 'ਤੇ U ਐਜ਼ ਇਟ ਇਜ਼ ਰਿਹਾ ਅਤੇ 1/F। ਹੁਣ ਐਲਸੀਐਮ ਲਿਆ, 2U ਅਤੇ U ਦਾ ਜਿਹੜਾ ਐਲਸੀਐਮ ਹੋਏਗਾ ਉਹ 2U ਆਏਗਾ। 2U ਜਿਹੜਾ ਹੈ ਉਸਨੂੰ ਤੁਸੀਂ ਜਦੋਂ 2U ਨਾਲ ਡਿਵਾਈਡ ਕਰੋਗੇ ਯੂ ਗੈਟ 1 ਨੂੰ ਨਿਊਮੀਰੇਟਰ 1 ਨਾਲ ਮਲਟੀਪਲਾਈ ਕੀਤਾ, ਤੁਹਾਡੇ ਕੋਲ ਇੱਥੇ 1 ਆ ਗਿਆ। ਸਿਮਿਲਰਲੀ 2U ਨੂੰ ਜਦੋਂ ਤੁਸੀਂ U ਨਾਲ ਡਿਵਾਈਡ ਕੀਤਾ, U ਐਂਡ U ਕੈਂਸਲ, ਯੂ ਗੈਟ 2 ਨੂੰ 1 ਨਾਲ ਮਲਟੀਪਲਾਈ ਕੀਤਾ, ਯੂ ਹੈਵ 2 ਹੇਅਰ, ਅਤੇ 1 + 2 ਆ ਗਿਆ ਤੁਹਾਡਾ ਨਿਊਮੀਰੇਟਰ ਵਿੱਚ। ਦੂਜੀ ਸਾਈਡ 'ਤੇ ਤੁਸੀਂ F ਦੀ ਵੈਲਿਊ ਭਰਤੀ -50। ਹੁਣ 1 + 2 ਯੂ ਗੈਟ 3 ਹੇਅਰ upon 2U equals to -1/50। ਨਾਓ ਕ੍ਰਾਸ ਮਲਟੀਪਲਾਈ, ਤੁਸੀਂ ਕ੍ਰਾਸ ਮਲਟੀਪਲਾਈ ਕੀਤਾ, 3 ਨੂੰ ਤੁਸੀਂ 50 ਨਾਲ ਕ੍ਰਾਸ ਮਲਟੀਪਲਾਈ ਕੀਤਾ ਅਤੇ ਤੁਹਾਡੇ ਕੋਲ ਆਏਗਾ 150, ਅਤੇ 2U ਨੂੰ ਤੁਸੀਂ -1 ਨਾਲ ਕ੍ਰਾਸ ਮਲਟੀਪਲਾਈ ਕੀਤਾ, ਯੂ ਹੈਵ -2U ਹੇਅਰ। ਦੈਨ ਜਿਹੜਾ -2 ਹੈ ਉਹ ਰਾਈਟ ਸਾਈਡ 'ਤੇ U ਨਾਲ ਮਲਟੀਪਲਾਈ ਹੋ ਰਿਹਾ, ਦੂਜੀ ਸਾਈਡ 'ਤੇ ਜਾ ਕੇ ਡਿਵਾਈਡ ਹੋ ਜਾਏਗਾ। 2 ਦੇ ਟੇਬਲ ਨਾਲ ਤੁਸੀਂ 150 ਨੂੰ ਕੈਂਸਲ ਕੀਤਾ, ਯੂ ਹੈਵ 75 ਵਿਦ ਨੈਗੇਟਿਵ ਸਾਈਨ, U ਦੀ ਵੈਲਿਊ -75 ਆਈ। ਮੈਗਨੀਟਿਊਡ ਵਾਈਜ਼ ਜੇ ਤੁਸੀਂ ਦੇਖੋ ਤਾਂ U ਤੁਹਾਡੇ ਕੋਲ 75 ਸੈਂਟੀਮੀਟਰ ਆ ਜਾਏਗਾ। ਸੋ ਰਾਈਟ ਆਪਸ਼ਨ ਇਜ਼ D, 75 ਸੈਂਟੀਮੀਟਰ। ਦਿਸ ਇਜ਼ योर राइट आंसर। नेक्स्ट, द फोकल लेंथ ऑफ ए लेंस डिपेंड्स ऑन, लेंस की फोकस दूरी निर्भर करती है। ऑप्शंस आर द रेडियाई ऑफ कर्वेचर, इसके वक्रतार व्यास ते, द रिफ्रैक्टिव इंडेक्स ऑफ इट्स मैटीरियल, इसके पदार्थ के अपवर्तन अंग ते, द रिफ्रैक्टिव इंडेक्स ऑफ सराउंडिंग मीडियम, इसके दुआले मौजूद माध्यम के अपवर्तन अंक ते, ऑल ऑफ दीज फैक्टर्स, इन्हां सारे कारकां ते। बेटा राइट ऑप्शन इज D, ऑल ऑफ दीज फैक्टर्स। जिहड़ी फोकल लेंथ है वो इन्हां सारे फैक्टर्स के उपर डिपेंड करती है।
Next question. A convex lens of power P is immersed in water. How will its power change? Options are increases, remains unchanged, decreases, increases for red color and decreases for blue color. ਇੱਕ ਉੱਤਲ ਲੈਂਸ ਨੂੰ ਪਾਣੀ ਵਿੱਚ ਡੁਬੋ ਦਿੱਤਾ ਗਿਆ ਹੈ। ਇਸ ਦੀ ਸ਼ਕਤੀ ਕਿਵੇਂ ਬਦਲੇਗੀ? ਆਪਸ਼ਨਸ ਆਰ ਵੱਧ ਜਾਵੇਗੀ, ਕੋਈ ਪਰਿਵਰਤਨ ਨਹੀਂ, ਘਟ ਜਾਵੇਗੀ, ਲਾਲ ਰੰਗ ਲਈ ਵੱਧਦੀ ਹੈ ਅਤੇ ਨੀਲੇ ਰੰਗ ਲਈ ਘਟਦੀ ਹੈ। ਬੇਟਾ ਸਭ ਤੋਂ ਪਹਿਲਾਂ ਤੁਹਾਨੂੰ ਰਿਲੇਟਿਵ ਰਿਫਰੈਕਟਿਵ ਇੰਡੈਕਸ ਪਤਾ ਹੋਣਾ ਚਾਹੀਦਾ ਕਿ ਜਿਹੜਾ ਗਲਾਸ ਦਾ ਰਿਲੇਟਿਵ ਰਿਫਰੈਕਟਿਵ ਇੰਡੈਕਸ ਹੈ ਵਿਦ ਰਿਸਪੈਕਟ ਟੂ ਵਾਟਰ ਉਹ ਲੈਸ ਹੁੰਦਾ ਹੈ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ ਏਅਰ ਦੇ। ਇਸ ਕਰਕੇ ਜਿਹੜੀ ਲਾਈਟ ਦੀ ਬੈਂਡਿੰਗ ਹੈ ਉਹ ਵਾਟਰ ਗਲਾਸ ਇੰਟਰਫੇਸ 'ਤੇ ਜਿਹੜੀ ਲਾਈਟ ਦੀ ਬੈਂਡਿੰਗ ਹੈ ਉਹ ਲੈਸ ਹੋਵੇਗੀ ਕਿਉਂਕਿ ਗਲਾਸ ਦਾ ਵਿਦ ਰਿਸਪੈਕਟ ਟੂ ਵਾਟਰ ਜਿਹੜਾ ਰਿਲੇਟਿਵ ਰਿਫਰੈਕਟਿਵ ਇੰਡੈਕਸ ਹੈ ਉਹ ਲੈਸ ਹੈ ਐਜ਼ ਕੰਪੇਅਰ ਟੂ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ ਏਅਰ। ਸੋ ਬੈਂਡਿੰਗ ਲੈਸ ਹੈ। ਜੇ ਬੈਂਡਿੰਗ ਲੈਸ ਹੋਏਗੀ ਤਾਂ ਫੋਕਲ ਲੈਂਥ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਫੋਕਲ ਲੈਂਥ ਜ਼ਿਆਦਾ ਹੈ, ਸਾਨੂੰ ਪਾਵਰ ਬਾਰੇ ਦੱਸਣਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਪਾਵਰ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਟੂ ਫੋਕਲ ਲੈਂਥ, ਅਤੇ ਜੇਕਰ ਫੋਕਲ ਲੈਂਥ ਵੱਧ ਹੋਵੇਗੀ ਤਾਂ ਪਾਵਰ ਘੱਟ ਹੋਵੇਗੀ। ਸੋ ਸੀ ਆਪਸ਼ਨ ਇਜ਼ ਰਾਈਟ ਆਪਸ਼ਨ, ਡਿਕਰੀਜ਼ਿਜ਼। ਸੀ ਇਜ਼ ਰਾਈਟ ਆਪਸ਼ਨ, ਡਿਕਰੀਜ਼ਿਜ਼, ਘੱਟ ਜਾਵੇਗੀ। ਨੈਕਸਟ, a lens has a power of plus 0.5 diopter. It is, options are a concave lens of focal length 5 meter, a convex lens of focal length 2 meter, a convex lens of focal length 5 meter, a concave lens of focal length 2 meter. ਇੱਕ ਲੈਂਸ ਦੀ ਸ਼ਕਤੀ ਪਲੱਸ 0.5 ਡਾਇਓਪਟਰ ਹੈ। ਇਹ ਹੈ ਆਪਸ਼ਨਸ ਆਰ 5 ਮੀਟਰ ਫੋਕਸ ਦੂਰੀ ਵਾਲਾ ਇੱਕ ਅਵਤਲ ਲੈਂਸ, 2 ਮੀਟਰ ਫੋਕਸ ਦੂਰੀ ਵਾਲਾ ਇੱਕ ਉੱਤਲ ਲੈਂਸ, 5 ਮੀਟਰ ਫੋਕਸ ਦੂਰੀ ਵਾਲਾ ਇੱਕ ਉੱਤਲ ਲੈਂਸ, 2 ਮੀਟਰ ਫੋਕਸ ਦੂਰੀ ਵਾਲਾ ਇੱਕ ਅਵਤਲ ਲੈਂਸ। ਪਹਿਲਾਂ ਤਾਂ ਬੇਟਾ ਤੁਹਾਨੂੰ ਜਿਹੜੀ ਪਾਵਰ ਹੈ ਉਹ ਪੋਜ਼ਿਟਿਵ ਦਿੱਤੀ ਹੋਈ ਹੈ, ਧਨਾਤਮਕ। ਇਸ ਤੋਂ ਕਲੀਅਰ ਹੈ ਕਿ ਜਿਹੜਾ ਲੈਂਸ ਹੈ ਉਹ ਕਨਵੈਕਸ ਲੈਂਸ ਹੋਏਗਾ, ਕਨਵਰਜਿੰਗ ਲੈਂਸ ਹੋਏਗਾ, ਅਤੇ ਸਾਡੀ ਜਿਹੜੀ ਆਪਸ਼ਨਸ ਹੈ ਬੀ ਜਾਂ ਸੀ ਵਿੱਚੋਂ ਇੱਕ ਆਪਸ਼ਨ ਹੋਏਗੀ। ਹੁਣ ਉਸਦੀ ਫੋਕਲ ਲੈਂਥ ਕਿੰਨੀ ਹੋਏਗੀ ਇਹ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਤੁਸੀਂ ਸਾਰੇ ਜਾਣਦੇ ਹੋ P ਇਕੁਅਲਸ ਟੂ 1/f ਹੁੰਦਾ ਹੈ, ਅਤੇ P ਦੀ ਵੈਲਿਊ ਸਾਨੂੰ 0.5 ਦਿੱਤੀ ਹੋਈ ਹੈ, ਤੁਸੀਂ ਇੱਥੇ 0.5 ਭਰਤਾ ਇਕੁਅਲਸ ਟੂ 1/f। ਅਤੇ ਬੇਟਾ ਹੁਣ ਪੁਆਇੰਟ ਹਟਾਓ, ਯੂ ਹੈਵ 5/10 ਇਕੁਅਲਸ ਟੂ 1/f। ਤੁਸੀਂ ਇਸ ਨੂੰ 5 ਦੇ ਟੇਬਲ ਨਾਲ ਕੈਂਸਲ ਕਰ ਸਕਦੇ ਹੋ, ਯੂ ਗੈਟ 1/2 ਇਕੁਅਲਸ ਟੂ 1/f। ਤੁਸੀਂ ਰੈਸੀਪ੍ਰੋਕਲ ਕਰੋਗੇ, 1/f ਨੂੰ ਰੈਸੀਪ੍ਰੋਕਲ ਕਰੋਗੇ, ਵਿਉਤਕ੍ਰਮ ਕਰੋਗੇ, ਅਤੇ f ਦੀ ਵੈਲਿਊ ਤੁਹਾਡੇ ਕੋਲ ਆ ਜਾਏਗੀ 2। 1/f ਦੀ ਵੈਲਿਊ 1/2 ਸੀ, ਤਾਂ f ਦੀ ਵੈਲਿਊ ਤੁਹਾਡੇ ਕੋਲ ਆ ਗਈ 2। ਸੋ ਰਾਈਟ ਆਪਸ਼ਨ ਇਜ਼ B, 2 ਮੀਟਰ ਫੋਕਸ ਦੂਰੀ ਵਾਲਾ ਇੱਕ ਉੱਤਲ ਲੈਂਸ। B is a convex lens of focal length 2 meter. Upon heating a liquid, its refractive index generally increases, decreases, does not change, increases or decreases depending upon the rate of heating. ਕਿਸੇ ਤਰਲ ਨੂੰ ਗਰਮ ਕਰਨ 'ਤੇ ਆਮ ਤੌਰ 'ਤੇ ਇਸ ਦਾ ਅਪਵਰਤਨ ਅੰਕ ਵੱਧਦਾ ਹੈ, ਘਟ ਜਾਂਦਾ ਹੈ, ਨਹੀਂ ਬਦਲਦਾ, ਤਾਪਣ ਦੀ ਦਰ ਦੇ ਆਧਾਰ 'ਤੇ ਵੱਧਦਾ ਜਾਂ ਘਟਦਾ ਹੈ। ਬੇਟਾ ਰਾਈਟ ਆਪਸ਼ਨ ਇਜ਼ ਡੀ ਆਪਸ਼ਨ, ਇਨਕਰੀਜ਼ਿਜ਼ ਔਰ ਡਿਕਰੀਜ਼ਿਜ਼ ਡਿਪੈਂਡਿੰਗ ਅਪੋਨ ਦਾ ਰੇਟ ਆਫ ਹੀਟਿੰਗ। ਤਾਪਣ ਦੀ ਦਰ ਦੇ ਆਧਾਰ 'ਤੇ ਵੱਧਦਾ ਜਾਂ ਘਟਦਾ ਹੈ। ਨੈਕਸਟ, a diverging lens will produce always a virtual image, real or virtual image, always real image, none of these. ਇੱਕ diverging lens ਬਣਾਵੇਗਾ ਹਮੇਸ਼ਾ ਆਭਾਸੀ ਪ੍ਰਤੀਬਿੰਬ, ਵਾਸਤਵਿਕ ਜਾਂ ਆਭਾਸੀ ਪ੍ਰਤੀਬਿੰਬ, ਹਮੇਸ਼ਾ ਵਾਸਤਵਿਕ ਪ੍ਰਤੀਬਿੰਬ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਬੇਟਾ ਰਾਈਟ ਆਪਸ਼ਨ ਇਜ਼ ਏ ਆਪਸ਼ਨ, ਆਲਵੇਜ਼ ਏ ਵਰਚੁਅਲ ਇਮੇਜ। ਜਿਹੜਾ ਡਾਇਵਰਜਿੰਗ ਲੈਂਸ ਹੁੰਦਾ ਹੈ, ਕਨਕੇਵ ਲੈਂਸ ਹੁੰਦਾ ਹੈ, ਉਹ ਹਮੇਸ਼ਾ ਆਭਾਸੀ ਪ੍ਰਤੀਬਿੰਬ ਹੀ ਬਣਾਉਂਦਾ ਹੈ। ਸੋ ਏ ਆਪਸ਼ਨ ਇਜ਼ ਰਾਈਟ ਆਪਸ਼ਨ, ਆਲਵੇਜ਼ ਅ ਵਰਚੁਅਲ ਇਮੇਜ, ਹਮੇਸ਼ਾ ਆਭਾਸੀ ਪ੍ਰਤੀਬਿੰਬ। ਨੈਕਸਟ, a hunter wants to shoot a fish whose image can be seen through clear water. It is to be aimed below the image of fish, above the image of fish, directly towards the image, in any direction. ਇੱਕ ਸ਼ਿਕਾਰੀ
ਇੱਕ ਮੱਛੀ ਨੂੰ ਗੋਲੀ ਮਾਰਨਾ ਚਾਹੁੰਦਾ ਹੈ ਜਿਸ ਦਾ ਪ੍ਰਤੀਬਿੰਬ ਸਾਫ਼ ਪਾਣੀ ਵਿੱਚੋਂ ਵੇਖਿਆ ਜਾ ਸਕਦਾ ਹੈ। ਸ਼ਿਕਾਰੀ ਨੂੰ ਨਿਸ਼ਾਨਾ ਲਗਾਉਣਾ ਚਾਹੀਦਾ ਹੈ ਮੱਛੀ ਦੇ ਪ੍ਰਤੀਬਿੰਬ ਦੇ ਹੇਠਾਂ, ਮੱਛੀ ਦੇ ਪ੍ਰਤੀਬਿੰਬ ਦੇ ਉੱਪਰ, ਸਿੱਧਾ ਪ੍ਰਤੀਬਿੰਬ ਵੱਲ, ਕਿਸੇ ਵੀ ਦਿਸ਼ਾ ਵਿੱਚ। ਬੇਟਾ ਰਾਈਟ ਆਪਸ਼ਨ ਇਜ਼ ਏ ਆਪਸ਼ਨ, ਬਿਲੋ ਦ ਇਮੇਜ ਆਫ ਫਿਸ਼, ਮੱਛੀ ਦੇ ਪ੍ਰਤੀਬਿੰਬ ਦੇ ਹੇਠਾਂ। ਨੈਕਸਟ, when light enters from a rarer medium to a denser medium, its frequency changes, wavelength does not change, its wavelength changes, both wavelength and frequency change। ਜਦੋਂ ਪ੍ਰਕਾਸ਼ ਇੱਕ ਵਿਰਲੇ ਮਾਧਿਅਮ ਤੋਂ ਇੱਕ ਸੰਘਣੇ ਮਾਧਿਅਮ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਦੀ ਆਵ੍ਰਿਤੀ ਬਦਲ ਜਾਂਦੀ ਹੈ। ਤਰੰਗ ਲੰਬਾਈ ਨਹੀਂ ਬਦਲਦੀ, ਇਸ ਦੀ ਤਰੰਗ ਲੰਬਾਈ ਬਦਲ ਜਾਂਦੀ ਹੈ। ਦੋਨੇ ਤਰੰਗ ਲੰਬਾਈ ਅਤੇ ਆਵ੍ਰਿਤੀ ਬਦਲ ਜਾਂਦੀਆਂ ਹਨ। ਬੇਟਾ ਸੀ ਆਪਸ਼ਨ ਇਜ਼ ਰਾਈਟ ਆਪਸ਼ਨ, ਇਟਸ ਵੇਵਲੈਂਥ ਚੇਂਜਸ, ਇਸ ਦੀ ਤਰੰਗ ਲੰਬਾਈ ਬਦਲ ਜਾਂਦੀ ਹੈ। ਨੈਕਸਟ, if the power of a lens is -2 diopter, what is its focal length? ਜੇ ਕਿਸੇ ਲੈਂਸ ਦੀ ਸ਼ਕਤੀ -2 ਡਾਇਓਪਟਰ ਹੈ ਤਾਂ ਇਸ ਦੀ ਫੋਕਲ ਲੰਬਾਈ ਕਿੰਨੀ ਹੈ? ਬੇਟਾ ਸਾਨੂੰ ਲੈਂਸ ਦੀ ਸ਼ਕਤੀ ਦਿੱਤੀ ਹੋਈ ਹੈ -2 ਡਾਇਓਪਟਰ, ਸੋ ਪਾਵਰ ਸਾਨੂੰ ਦਿੱਤੀ ਹੋਈ ਹੈ -2 ਡਾਇਓਪਟਰ। ਪਾਵਰ ਦਾ ਫਾਰਮੂਲਾ 1/f, p = 1/f। ਬੇਟਾ ਤੇ ਅਸੀਂ f ਪਤਾ ਕਰਨਾ ਹੈ, f = 1/p ਹੋ ਜਾਏਗਾ। p ਦੀ ਵੈਲਿਊ ਤੁਹਾਡੇ ਕੋਲ ਹੈ ਬੇਟਾ -2 ਤੇ 1/-2 ਹੋ ਜਾਏਗਾ। ਯੂ ਹੈਵ -0.5 ਮੀਟਰਸ, -1/2 = -0.5 ਯੂਨਿਟਸ ਆਣਗੇ ਬੇਟਾ ਮੀਟਰਸ। ਹੁਣ ਤੁਸੀਂ ਮੀਟਰਸ ਨੂੰ ਸੈਂਟੀਮੀਟਰ ਵਿੱਚ ਬਦਲਣਾ ਹੈ ਤੇ ਯੂ ਹੈਵ 0.5 × 100 ਸੈਂਟੀਮੀਟਰ ਵਿੱਚ ਬਦਲ ਜਾਏਗਾ। -0.5 ਨੂੰ ਤੁਸੀਂ 100 ਨਾਲ ਜਦੋਂ ਮਲਟੀਪਲਾਈ ਕਰੋਗੇ ਯੂ ਹੈਵ 50 ਸੈਂਟੀਮੀਟਰ। ਸੋ ਸੀ ਆਪਸ਼ਨ ਇਜ਼ ਰਾਈਟ ਆਪਸ਼ਨ, -50 ਸੈਂਟੀਮੀਟਰ। Next, when the object is placed between f and 2f of a convex lens, the image formed is at f, at 2f, beyond 2f, between o and f। ਜਦੋਂ ਵਸਤੂ ਇੱਕ ਉੱਤਲ ਲੈਂਸ ਦੇ f ਅਤੇ 2f ਦੇ ਵਿਚਕਾਰ ਰੱਖੀ ਜਾਂਦੀ ਹੈ ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ? ਬੇਟਾ ਜਦੋਂ ਵਸਤੂ f ਅਤੇ 2f ਦੇ ਵਿਚਕਾਰ ਰੱਖੀ ਜਾਂਦੀ ਹੈ ਤਾਂ ਉਸਦਾ ਪ੍ਰਤੀਬਿੰਬ ਬਿਯੋਂਡ 2f ਬਣਦਾ ਹੈ, 2f ਤੋਂ ਪਰੇ ਬਣਦਾ ਹੈ। ਸੋ ਸੀ ਆਪਸ਼ਨ ਇਜ਼ ਰਾਈਟ ਆਪਸ਼ਨ, ਬਿਯੋਂਡ 2f। ਨੈਕਸਟ ਕੁਐਸਚਨ, focal length of plane mirror is infinity, 0, negative, none of these। ਸਮਤਲ ਦਰਪਣ ਦੀ ਫੋਕਲ ਲੰਬਾਈ ਹੈ ਅਨੰਤ, 0, ਨਕਾਰਾਤਮਕ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਬੇਟਾ ਜਿਹੜਾ ਸਮਤਲ ਦਰਪਣ ਹੁੰਦਾ ਹੈ ਉਸਦੀ ਜਿਹੜੀ ਫੋਕਲ ਲੰਬਾਈ ਹੈ ਉਹ ਇਨਫਿਨਿਟੀ ਹੁੰਦੀ ਹੈ। ਸੋ ਇਹ ਆਪਸ਼ਨ ਇਜ਼ ਰਾਈਟ ਆਪਸ਼ਨ, ਇਨਫਿਨਿਟੀ, ਅਨੰਤ। ਨੈਕਸਟ, the SI unit of power of lens is, options are ਮੀਟਰ, ਸੈਂਟੀਮੀਟਰ, diopter, none of the above। ਲੈਂਸ ਦੀ ਸ਼ਕਤੀ ਦੀ ਇਕਾਈ ਹੈ ਮੀਟਰ, ਸੈਂਟੀਮੀਟਰ, ਡਾਇਓਪਟਰ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਬੇਟਾ ਤੁਸੀਂ ਸਾਰੇ ਜਾਣਦੇ ਹੋ ਪਾਵਰ ਆਫ ਲੈਂਸ ਜਿਹੜੀ ਹੈ ਉਸਨੂੰ ਡਾਇਓਪਟਰ ਵਿੱਚ ਅਸੀਂ ਮੈਜ਼ਰ ਕਰਨੇ ਆ। ਸੋ SI ਯੂਨਿਟ ਆਫ ਪਾਵਰ ਆਫ ਲੈਂਸ ਇਜ਼ ਡਾਇਓਪਟਰ। ਸੋ ਸੀ ਆਪਸ਼ਨ ਇਜ਼ ਰਾਈਟ, ਡਾਇਓਪਟਰ। ਨੈਕਸਟ, the radius of curvature of a mirror is 20 centimeter. Its focal length is, options are 20 centimeter, 10 centimeter, 40 centimeter, 5 centimeter। ਦਰਪਣ ਦਾ ਅਰਧ ਵਿਆਸ 20 ਸੈਂਟੀਮੀਟਰ ਅਤੇ ਇਸ ਦੀ ਫੋਕਸ ਦੂਰੀ ਤੁਸੀਂ ਪਤਾ ਕਰਨੀ ਹੈ। ਬੇਟਾ ਤੁਹਾਨੂੰ ਦਰਪਣ ਦਾ ਅਰਧ ਵਿਆਸ ਆਰ ਦਿੱਤਾ ਹੋਇਆ 20 ਸੈਂਟੀਮੀਟਰ ਅਤੇ ਤੁਸੀਂ ਐਫ ਫਾਈਂਡ ਆਊਟ ਕਰਨਾ ਹੈ। ਐਫ ਜਿਹੜਾ ਹੈ ਉਹ ਹੁੰਦਾ R/2 ਦੇ ਬਰਾਬਰ ਅਤੇ ਐਫ = R/2। ਆਰ ਦੀ ਵੈਲਿਊ ਤੁਸੀਂ 20 ਭਰੀ ਅਤੇ ਤੁਸੀਂ ਇਸਨੂੰ 2 ਨਾਲ ਡਿਵਾਈਡ ਕੀਤਾ, ਯੂ ਹੈਵ 10 ਅਤੇ ਐਫ ਦੀ ਵੈਲਿਊ ਤੁਹਾਡੇ ਕੋਲ ਆ ਗਈ 10 ਸੈਂਟੀਮੀਟਰ। ਸੋ ਬੀ ਆਪਸ਼ਨ ਇਜ਼ ਰਾਈਟ ਆਪਸ਼ਨ, 10 centimeter। Next, which mirror is best to be used as a rear view mirror for vehicles? Options are convex mirror, concave mirror, plane mirror, all of these। ਕਿਹੜਾ ਦਰਪਣ ਵਾਹਨਾਂ ਲਈ rear view ਸ਼ੀਸ਼ੇ ਵਜੋਂ ਵਰਤਣਾ ਵਧੀਆ ਹੈ? ਉੱਤਲ ਦਰਪਣ, ਅਵਤਲ ਦਰਪਣ, ਸਮਤਲ ਦਰਪਣ, ਇਹ ਸਾਰੇ। ਬੇਟਾ ਰਾਈਟ ਆਪਸ਼ਨ ਇਜ਼ ਏ ਆਪਸ਼ਨ, convex mirror
उत्तल दर्पण, ਜਿਹੜਾ उत्तल दर्पण है ਕਨਵੈਕਸ ਮਿਰਰ ਹੈ ਉਸ ਨੂੰ ਵਾਹਨਾਂ ਲਈ ਰੀਅਰ ਵਿਊ ਸ਼ੀਸ਼ੇ ਵਜੋਂ ਵਰਤਣਾ ਵਧੀਆ ਹੈ। ਨੈਕਸਟ, magnification produced by a rear view mirror fitted in vehicles is less than 1, is more than 1, is equal to 1, can be more than or less than 1 depending upon the position of the object in front of it। ਵਾਹਨਾਂ ਵਿੱਚ ਫਿੱਟ ਹੋਏ ਰੀਅਰ ਵਿਊ ਸ਼ੀਸ਼ੇ ਦੁਆਰਾ ਕਿੰਨੀ ਮੈਗਨੀਫਿਕੇਸ਼ਨ ਪੈਦਾ ਕੀਤੀ ਜਾਂਦੀ ਹੈ? ਇੱਕ ਤੋਂ ਘੱਟ, ਇੱਕ ਤੋਂ ਵੱਧ, ਇੱਕ ਦੇ ਬਰਾਬਰ। ਦਰਪਣ ਦੇ ਸਾਹਮਣੇ ਵਸਤੂ ਦੀ ਸਥਿਤੀ ਦੇ ਆਧਾਰ 'ਤੇ ਇੱਕ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਬੇਟਾ ਰਾਈਟ ਆਪਸ਼ਨ ਇਜ਼ ਲੈਸ ਦੈਨ 1, ਇੱਕ ਤੋਂ ਘੱਟ। ਮੈਗਨੀਫਿਕੇਸ਼ਨ ਪ੍ਰੋਡਿਊਸਡ ਬਾय ਅ ਰੀਅਰ ਵਿਊ ਮਿਰਰ ਫਿਟਡ ਇਨ ਵਹੀਕਲ ਇਜ਼ ਆਲਵੇਜ਼ ਲੈਸ ਦੈਨ 1, ਇੱਕ ਤੋਂ ਘੱਟ ਹੁੰਦੀ ਹੈ ਹਮੇਸ਼ਾ। ਬੇਟਾ ਆਈ ਹੋਪ ਕਿ ਅੱਜ ਦਾ ਲੈਕਚਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੁਸੀਂ ਸਾਰੇ MCQs ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣੇ ਹੈ। ਆਲ ਦਾ ਬੈਸਟ ਫॉर योर एग्ज़ाम। थैंक यू वेरी मच।